ਹਰ ਵਿਸ਼ੇਸ਼ ਵਿਅਕਤੀ ਦਾ ਕੁਝ ਧਾਰਮਿਕ ਜੀਵਨ ਹੁੰਦਾ ਹੈ, ਕੁਝ ਸਮਾਜਿਕ ਜੀਵਨ ਹੁੰਦਾ ਹੈ ਔਰ ਕੁਝ ਰਾਜਨੀਤਿਕ। ਇਤਿਹਾਸ ਦੇ ਵਿੱਚ ਇਹ ਤਿੰਨੇ ਪੱਖ ਭਗਤ ਕਬੀਰ ਦੇ ਮਿਲਦੇ ਨੇ। ਧਾਰਮਿਕ ਤੌਰ ਤੇ ਸਿਰਮੌਰ ਮਨੁੱਖ ਉਸਦੇ ਬਾਕੀ ਦੇ ਜੀਵਨ ਦੇ ਪਹਿਲੂ ਬੇਦਾਗ ਰਹਿੰਦੇ ਨੇ। ਉਹ ਮਨੁੱਖ ਦਾਗੀ ਆਉਂਦਾ ਹੈ ਸਮਾਜਿਕ ਤਲ ਤੇ, ਰਾਜਨੀਤਿਕ ਤਲ ਤੇ, ਜਿਸ ਦੇ ਕੋਲ ਧਾਰਮਿਕ ਉੱਚਤਾ ਨਹੀਂ ਹੈ, ਧਾਰਮਿਕ ਜੀਵਨ ਨਹੀਂ ਹੈ। ਇਸ ਵਾਸਤੇ ਭਗਤ ਕਬੀਰ ਜੀ ਦਾ ਸਮਾਜਿਕ ਜੀਵਨ ਅਤਿਅੰਤ ਪਵਿੱਤਰ, ਮਹਾਨ। ਔਰ ਭਗਤ ਕਬੀਰ ਜੀ ਨੇ ਰਾਜਨੀਤਿਕ ਵਿਚਾਰ ਵੀ ਜੋ ਸੰਸਾਰ ਨੂੰ ਦਿੱਤੇ, ਪਵਿੱਤਰਤਾ ਨਾਲ ਭਰੇ ਹੋਏ ਔਰ ਨਿਰਮਲਤਾ ਦੀ ਰੋਸ਼ਨੀ ਵੰਡਣ ਵਾਲੇ ਨੇ। ਆਪ ਦੇ ਮਾਂ-ਬਾਪ ਜਿੱਥੇ ਆਪ ਤੋਂ ਸਦਕੇ ਜਾਂਦੇ ਨੇ, ਆਪ ਦੀ ਪਤਨੀ ਆਗਿਆਕਾਰ ਹੈ ਔਰ ਪਿਤਾ ਪੁੱਤਰ ਸਹਿਮਤ ਹੋ ਕੇ ਚੱਲਣ ਵਾਲੇ ਨੇ। ਪਰਿਵਾਰਕ ਜ਼ਿੰਦਗੀ ਅਤਿਅੰਤ ਮਹਾਨ ਹੈ ਔਰ ਇਹ ਮਹਾਂਪੁਰਸ਼ ਦੀ ਇਹ ਖੂਬੀ ਆਉਂਦੀ ਹੈ ਕਿ ਮੈਂ ਸਾਰੇ ਸੰਸਾਰ ਨਾਲ ਬਣਾ ਕੇ ਰੱਖਣੀ ਹੈ, ਲਿਹਾਜ਼ਾ ਉਸ ਸਾਰੇ ਸੰਸਾਰ ਵਿੱਚ ਮੇਰਾ ਪਰਿਵਾਰ ਵੀ ਆਉਂਦਾ ਹੈ ਤੇ ਮੈਂ ਪਰਿਵਾਰ ਨਾਲ ਵੀ ਬਣਾ ਕੇ ਜੋ ਹੈ ਰੱਖਣੀ। ਕਬੀਰ ਦੇ ਜੀਵਨ ਦੇ ਇਹ ਸਾਰੇ ਪਹਿਲੂ ਬੇਦਾਗ ਨੇ, ਨਿਰਮਾਣਤਾ ਦੀ ਆਪ ਮੂਰਤੀ ਨੇ। ਕਹਿੰਦੇ ਨੇ ਇੱਕ ਦਫਾ ਈਰਖਾਲੂਆਂ ਨੇ ਆਪ ਦੀ ਬੇਇੱਜ਼ਤੀ ਕਰਾਉਣ ਲਈ, ਆਪ ਦੀ ਹੇਠੀ ਕਰਾਉਣ ਲਈ ਆਲੇ ਦੁਆਲੇ ਐਸੇ ਪੱਤਰ ਭੇਜ ਦਿੱਤੇ ਕਿ ਆਉਣ ਵਾਲੀ ਪੂਰਨਮਾਸ਼ੀ ਦੇ ਦਿਨ ਕਬੀਰ ਦੇ ਘਰ ਬ੍ਰਹਮ ਭੋਜ ਹੋਵੇਗਾ। ਕਬੀਰ ਨੇ ਇੱਕ ਇੱਕ ਮੋਹਰ ਸੋਨੇ ਦੀ ਦਕਸ਼ਣਾ ਵੀ ਦੇਣੀ ਹੈ ਔਰ ਵਸਤਰ ਵੀ ਦੇਣੇ ਨੇ। ਲੋੜਵੰਦ ਸਾਧੂ ਸੰਤ ਹੋਰ ਕਬੀਰ ਦੇ ਘਰ ਮੇਲੇ ਦੇ ਰੂਪ ਦੇ ਜਮਾ ਹੋਏ। ਪਰ ਦੇਵਨੇਤ ਐਸੇ ਲੋਕ ਵੀ ਆਏ ਜਿਨ੍ਹਾਂ ਨੇ ਉਸ ਦਿਨ ਬ੍ਰਹਮ ਭੋਜ ਦਾ ਸਾਰਾ ਨਿਜ਼ਾਮ ਖੁਦ ਚਲਾਇਆ, ਸਾਰਾ ਇੰਤਜ਼ਾਮ ਖੁਦ ਕੀਤਾ, ਜੋ ਕਬੀਰ ਦੀ ਆਰਥਿਕ ਸਮਰੱਥਾ ਤੋਂ ਪਰੇ ਦੀ ਗੱਲ ਸੀ। ਤੇ ਜਦ ਚਾਰੋਂ ਪਾਸੇ ਧਨ ਕਬੀਰ ਦੀ ਗੁੰਜਾਰਾਂ ਉੱਠੀਆਂ ਤਾਂ ਆਪ ਨੇ ਆਖਿਆ, ਨਾ ਹਮ ਕੀਆ ਨਾ ਕरेंगे ਨਾ ਕਰ ਸਕੇ ਸਰੀਰ, ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕਬੀਰ। ਇੱਕ ਦਿਨ ਸਿਕੰਦਰ ਲੋਧੀ ਦੀ ਬੇਗਮ ਗੰਗਾ ਦੇ ਤੱਟ ਤੇ ਹਿੰਦੂ ਯਾਤਰੂਆਂ ਨੂੰ ਵੇਖਣ ਲਈ ਆਈ। ਬਸਤਰ ਬੜੇ ਕੀਮਤੀ ਪਹਿਨੇ ਹੋਏ, ਹੀਰੇ ਮੋਤੀਆਂ ਨਾਲ ਜੜਤ ਉਸਦਾ ਬੁਰਕਾ ਔਰ ਤਰ੍ਹਾਂ ਤਰ੍ਹਾਂ ਦੇ ਜ਼ਰੀ ਦੇ ਨਾਲ ਸਿਲੇ ਹੋਏ ਉਸਦਾ ਪਹਿਰਾਵਾ ਤੇ ਬਸਤਰ। ਕਬੀਰ ਦੇ ਚੇਲੇ, ਕਬੀਰ ਦੇ ਸ਼ਿਸ਼ ਵੇਖ ਕੇ ਦੰਗ ਰਹਿ ਗਏ। ਕਬੀਰ ਜੀ ਦੇ ਡੇਰੇ ਵਿੱਚ ਇੱਕ ਪਨਹਾਰੀ ਸੀ ਜੋ ਸਾਰਾ ਦਿਨ ਆਏ ਗਏ ਯਾਤਰੂਆਂ ਨੂੰ ਜਲ ਪਿਲਾਉਂਦੀ ਸੀ। ਬੜੀ ਸ਼ਰਧਾ ਦੇ ਨਾਲ ਪਾਣੀ ਪਿਲਾਉਂਦਿਆਂ ਪਿਲਾਉਂਦਿਆਂ ਸਤਨਾਮ ਸਤਨਾਮ ਦਾ ਉਹ ਰਟਨ ਕਰਦੀ ਰਹਿੰਦੀ ਸੀ। ਕਬੀਰ ਪੰਥੀਆਂ ਦਾ ਗੁਰਮੰਤਰ ਸਤਨਾਮ ਹੈ। ਪਾਣੀ ਪਿਲਾਉਂਦਿਆਂ ਪਿਲਾਉਂਦਿਆਂ ਲੋਕਾਂ ਦੇ ਕੰਨਾਂ ਵਿੱਚ ਉਹ ਰੱਬ ਦੀ ਬਾਣੀ ਵੀ ਪਾਈ ਜਾਂਦੀ ਸੀ। ਇਹ ਇਸ ਤਰ੍ਹਾਂ ਦੀ ਪਨਹਾਰੀ, ਇਹ ਇਸ ਤਰ੍ਹਾਂ ਦਾ ਪਾਣੀ ਪਿਲਾਉਣ ਵਾਲੀ ਮੂੰਹ ਦੇ ਰਾਹੀਂ ਪਾਣੀ ਪਿਲਾਈ ਜਾਂਦੀ ਸੀ, ਕੰਨਾਂ ਦੇ ਰਾਹੀਂ ਬਾਣੀ ਪਿਲਾਈ ਜਾਂਦੀ ਸੀ। ਲੇਕਿਨ ਉਸਦੇ ਤਨ ਦੇ ਬਸਤਰ ਫਟੇ ਔਰ ਉਹ ਲਾਵਾਰਿਸ ਮੁਫਲਿਸ ਸੀ। ਕਬੀਰ ਦੇ ਚੇਲੇ ਕਬੀਰ ਜੀ ਪਾਸ ਆ ਕੇ ਗਿਲਾ ਕਰਦੇ ਨੇ, ਭਗਤ ਜੀ ਇਹ ਜੋ ਪਨਹਾਰੀ ਹੈ ਸਾਰਾ ਦਿਨ ਸਤਨਾਮ ਦਾ ਰਟਨ ਕਰਦੀ ਹੈ, ਲੋਕਾਂ ਦੀ ਸਰੀਰਕ ਪਿਆਸ ਬੁਝਾਉਂਦੀ ਹੈ ਤੇ ਲੋਕਾਂ ਨੂੰ ਮਾਨਸਿਕ ਸ਼ਾਂਤੀ ਮਿਲ ਸਕੇ ਸਤਨਾਮ ਦੀ ਧੁਨੀ ਉਹਨਾਂ ਦੇ ਕੰਨਾਂ ਵਿੱਚ ਪਾਉਂਦੀ ਹੈ, ਲੇਕਿਨ ਅਤਿਅੰਤ ਮੁਫਲਿਸ ਹੈ, ਗਰੀਬ ਹੈ, ਤਨ ਦੇ ਬਸਤਰ ਵੀ ਫਟੇ ਹੋਏ ਨੇ। ਲੇਕਿਨ ਸਿਕੰਦਰ ਲੋਧੀ ਦੀ ਬੇਗਮ ਨੂੰ ਅਸੀਂ ਅੱਜ ਦੇਖਿਆ ਗੰਗਾ ਦੇ ਤੱਟ ਤੇ, ਉਹਨੇ ਮਖਮਲੀ ਲਿਬਾਸ ਪਹਿਨਿਆ ਔਰ ਹੀਰੇ ਮੋਤੀ ਪੰਨਿਆਂ ਨਾਲ ਜੜਤ। ਕਿਆ ਇਹ ਰੱਬ ਅਨਿਆਏ ਨਹੀਂ ਕਰਦਾ ਕਿ ਰੱਬ ਦਾ ਚਿੰਤਨ ਕਰਨ ਵਾਲੇ ਦੁਖੀ ਤੇ ਰੱਬ ਤੋਂ ਬੇਮੁਖ ਹੋ ਕੇ ਇਸ ਤਰ੍ਹਾਂ ਦੀ ਐਸ਼ਵਰ ਜ਼ਿੰਦਗੀ ਬਤੀਤ ਕਰਦੇ ਨੇ। ਕਬੀਰ ਨੇ ਉੱਥੇ ਜਿਹੜੇ ਬੋਲ ਆਪਣੇ ਉਚਾਰਨ ਕੀਤੇ ਨੇ ਜੋ ਬਕਾਇਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਜ ਨੇ। ਕਬੀਰ ਹੈਂਗੇ ਬਾਹਨ ਸਘਨ ਘਨ ਛਤਰਪਤੀ ਕੀ ਨਾਰ, ਤਾਸੋ ਪਟੰਤਰ ਨਾ ਪੁਜੇ ਹਰ ਜਨ ਕੀ ਪਨਿਹਾਰ। ਇਹ ਠੀਕ ਹੈ ਕਿ ਸਿਕੰਦਰ ਲੋਧੀ ਦੀ ਬੇਗਮ ਨੇ ਬੜੇ ਕੀਮਤੀ ਬਸਤਰ ਪਹਿਨੇ ਨੇ ਔਰ ਉਹ ਹੀਰੇ ਮੋਤੀਆਂ ਨਾਲ ਜੜਤ ਨੇ, ਲੇਕਿਨ ਉਹ ਬਸਤਰ
ਇਸ ਪਨਹਾਰੀ ਦਾ ਮੁਕਾਬਲਾ ਨਹੀਂ ਕਰ ਸਕਦੇ ਜੋ ਹਰੀ ਦੇ ਜਨਾਂ ਨੂੰ ਪਾਣੀ ਪਿਲਾਉਂਦੀ ਹੈ, ਸਾਰਾ ਦਿਨ ਸੇਵਾ ਕਰਦੀ ਹੈ ਸੰਤ ਜਨਾਂ ਦੀ। ਇਹਦੇ ਕੱਪੜੇ ਮਹਾਨ ਨੇ, ਸਿਕੰਦਰ ਲੋਧੀ ਦੀ ਬੇਗਮ ਦੇ ਕੱਪੜੇ ਤੁੱਛ ਨੇ। ਚੇਲੇ ਕਹਿੰਦੇ ਨੇ ਇਸ ਨੇ ਤੇ ਖੱਦਰ ਦੇ ਕੱਪੜੇ ਪਹਿਨੇ ਨੇ, ਉਹ ਵੀ ਫਟੇ ਹੋਏ, ਤੇ ਉਸ ਬੇਗਮ ਨੇ ਮਖਮਲ ਦਾ ਲਿਬਾਸ ਪਹਿਨੇ ਹੈ, ਉਹ ਵੀ ਹੀਰੇ ਮੋਤੀਆਂ ਨਾਲ ਜੜਤ, ਤੇ ਆਪ ਉਸ ਬਸਤਰਾਂ ਨੂੰ ਤੁੱਛ ਕਹਿੰਦੇ ਹੋ, ਇਸ ਨੂੰ ਮਹਾਨ ਕਹਿੰਦੇ ਹੋ। ਤੋ ਕਬੀਰ ਕਹਿੰਦੇ ਮੇਰੇ ਕੋਲ ਕਾਰਨ ਜਾਣੋ, ਮੈਂ ਐਸਾ ਕਿਉਂ ਆਖਿਆ। ਕਬੀਰ ਨਿਰਪ ਨਾਰੀ ਕਿਉਂ ਨਿੰਦੀਏ, ਕਿਉਂ ਹਰ ਚੇਰੀ ਕੋ ਮਾਂਗ, ਉਹ ਮਾਂਗ ਸਵਾਰੇ ਵਿਖੇ ਕੋ, ਇਹ ਸਿਮਰੇ ਹਰੀ ਨਾਮ। ਇਸ ਦੇ ਫਟੇ ਪੁਰਾਣੇ ਕੱਪੜੇ ਪ੍ਰਭੂ ਦੇ ਚਿੰਤਨ ਵਿੱਚ ਇਸ ਨੂੰ ਲੀਨ ਰੱਖਦੇ ਨੇ, ਨਿਰੰਕਾਰ ਦੇ ਵਿੱਚ ਇਸ ਨੂੰ ਲੀਨ ਰੱਖਦੇ ਨੇ, ਜਦ ਕਿ ਉਸ ਦਾ ਮਖਮਲੀ ਲਿਬਾਸ ਉਹਨੂੰ ਸੰਸਾਰ ਵਿੱਚ ਲੀਨ ਰੱਖਦਾ। ਤੋ ਮੈਂ ਤੇ ਉਸ ਵੇਸ਼ ਭੂਸ਼ਾ ਦੀ ਹੀ ਉਪਮਾ ਕਰਾਂਗਾ ਜਿਹੜੀ ਵੇਸ਼ ਭੂਸ਼ਾ ਮਨੁੱਖ ਨੂੰ ਨਿਰੰਕਾਰ ਦੇ ਚ ਲੀਨ ਕਰੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵੀ ਐਸਾ ਕਹਿਣਾ ਹੈ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈ ਦੇ ਤਨ ਪੀੜੀਏ, ਮਨ ਮੇ ਚਲੇ ਵਿਕਾਰ। ਉਹ ਪਹਿਨਣਾ ਜਿਹਦੇ ਚ ਬੰਦਾ ਸੰਸਾਰ ਵਿੱਚ ਹੀ ਗਰਜ ਹੋ ਜਾਏ ਤੇ ਸੰਸਾਰ ਦੀਆਂ ਨਜ਼ਰਾਂ ਦਾ ਹੀ ਇੱਕ ਪਾਤਰ ਬਣ ਕੇ ਰਹਿ ਜਾਏ। ਸਾਹਿਬ ਕਹਿੰਦੇ ਨੇ ਐਸਾ ਤੇ ਮਨ ਦੇ ਚ ਖੁਆਰੀ ਨੂੰ ਜਨਮ ਦਿੰਦਾ ਹੈ, ਤਨ ਦੇ ਚ ਰੋਗਾਂ ਨੂੰ ਜਨਮ ਦਿੰਦਾ ਹੈ। ਅੱਜ ਤੱਕ ਤੇ ਵੈਦ ਔਰ ਹਿਕਮਤ ਇਹ ਕਹਿੰਦੀ ਆਈ ਏ ਕਿ ਆਹਾਰਕ ਰੋਗ ਹੁੰਦੇ ਨੇ, ਵਿਵਹਾਰਿਕ ਰੋਗ ਹੁੰਦੇ ਨੇ, ਕਰਮ ਰੋਗ ਹੁੰਦੇ ਨੇ। ਪ੍ਰਥਮ ਰੋਗ ਉਹ ਜੋ ਖਾਣ ਪੀਣ ਦੀ ਬਦਪਰਹੇਜ਼ੀ ਨਾਲ ਪੈਦਾ ਹੁੰਦੇ ਨੇ, ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਹਿਣਾ ਹੈ ਬਦਪਰਹੇਜ਼ੀ ਸਿਰਫ ਖਾਣ ਪੀਣ ਦੀ ਨਹੀਂ ਆਉਂਦੀ, ਬਦਪਰਹੇਜ਼ੀ ਪਹਿਨਣ ਦੀ ਵੀ ਹੁੰਦੀ ਹੈ। ਇਸ ਦਾ ਵੀ ਮਨ ਦੇ ਉੱਤੇ ਆਪਣਾ ਪ੍ਰਭਾਵ ਹੈ। ਔਰ ਮਨ ਦੀ ਚੰਚਲਤਾ ਜਿਨ੍ਹਾਂ ਪਹਿਰਾਵਿਆਂ ਨਾਲ ਵਧੇ, ਮਨ ਦੀ ਚੰਚਲਤਾ ਸਰੀਰ ਦੇ ਤਲ ਤੇ ਰੋਗਾਂ ਨੂੰ ਜਨਮ ਦੇਵੇਗੀ, ਬਿਮਾਰੀਆਂ ਨੂੰ ਜਨਮ ਦੇਵੇਗੀ। ਇਸ ਵਾਸਤੇ ਆਪ ਨੇ ਬੁਲੰਦ ਬਾਂਗ ਆਖਿਆ ਹੈ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈ ਦੇ ਤਨ ਪੀੜੀਏ, ਮਨ ਮੇ ਚਲੇ ਵਿਕਾਰ। ਕਬੀਰ ਨਿਰਪ ਨਾਰੀ ਕਿਉਂ ਨਿੰਦੀਏ, ਕਿਉਂ ਹਰ ਚੇਰੀ ਕੋ ਮਾਨ, ਉਹ ਮਾਂਗ ਸਵਾਰੇ ਵਿਖੇ ਕੋ, ਉਹ ਸਿਮਰੇ ਹਰੀ ਨਾਮ। ਕਬੀਰ ਦੀ ਬਾਣੀ ਵਿੱਚ ਧਾਰਮਿਕ ਉਪਦੇਸ਼ ਬੜੇ ਫਿਲਸਫਾਨਾ ਢੰਗ ਦੇ ਨਾਲ ਦਰਜ ਹੈ। ਆਪ ਦੇ ਸ਼ਲੋਕ ਨੇ, ਛੰਦ ਨੇ, ਸ਼ਬਦ ਨੇ, ਹਰ ਰਾਗ ਦੇ ਚ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਭਗਤ ਬਾਣੀ ਵਿੱਚ ਸਭ ਤੋਂ ਜ਼ਿਆਦਾ ਬਾਣੀ ਭਗਤ ਕਬੀਰ ਦੀ ਹੈ। ਔਰ ਜਿੱਥੇ ਜਿੱਥੇ ਵੀ ਭਗਤ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਆਰੰਭ ਹੁੰਦੀ ਹੈ, ਕਰੀਬਨ ਸਭ ਤੋਂ ਪ੍ਰਥਮ ਸ਼੍ਰੀ ਕਬੀਰ ਜੀ ਮਹਾਰਾਜ ਦੇ ਹੀ ਸ਼ਬਦ ਆਉਂਦੇ ਨੇ। ਔਰ ਆਪ ਦੇ ਸ਼ਬਦਾਂ ਨੇ ਜ਼ਿੰਦਗੀ ਦੇ ਹਰ ਪਹਿਲੂ ਦੇ ਉੱਤੇ ਬੜੇ ਸੋਹਣੇ ਢੰਗ ਨਾਲ ਰੋਸ਼ਨੀ ਪਾਈ ਹੈ। ਅਧਿਆਤਮਿਕ ਚਿੰਤਨ ਤੇ ਧਾਰਮਿਕ ਮੂਲ ਗਿਆਨ ਆਪ ਇੱਕ ਸ਼ਲੋਕ ਦੇ ਵਿੱਚ ਬੜੇ ਸੋਹਣੇ ਢੰਗ ਨਾਲ ਦਿੰਦੇ ਨੇ। ਕਬੀਰ ਐਸਾ ਕੋਈ ਨ ਜਨਮਿਓ, ਆਪਣੇ ਘਰ ਲਾਵੇ ਆਗ, ਪਾਂਚੋਂ ਲੜਕਾ ਜਾਰ ਕੇ, ਰਹੇ RAM ਲਿਵ ਲਾਗ। ਕਬੀਰ ਜੀ ਦਾ ਐਸਾ ਕਹਿਣਾ ਕਿ ਚੂੰਕਿ ਅਸੀਂ ਦੋ ਸਰੀਰ ਰੱਖਦੇ ਹਾਂ, ਇੱਕ ਅਸਥੂਲ ਇੱਕ ਸੂਖਸ਼ਮ, ਇੱਕ ਜੋ ਦਿਖਾਈ ਦਿੰਦਾ ਹੈ, ਇੱਕ ਅਦ੍ਰਿਸ਼। ਇਹ ਜਿਹੜਾ ਸਰੀਰ ਦਿਖਾਈ ਦਿੰਦਾ ਹੈ ਇਸ ਨੂੰ ਆਖਿਆ ਜਾਂਦਾ ਹੈ ਪ੍ਰਗਟ ਚਿੱਤਰ, ਤੇ ਜਿਹੜਾ ਸਰੀਰ ਨਹੀਂ ਦਿਖਾਈ ਦਿੰਦਾ ਉਸ ਨੂੰ ਆਖਿਆ ਜਾਂਦਾ ਚਿੱਤਰ ਗੁਪਤ ਚਿੱਤਰ, ਉਹ ਚਿੱਤਰ ਜੋ ਨਹੀਂ ਦਿਖਾਈ ਦਿੰਦਾ। ਬੰਦਾ ਦੂਸਰੇ ਦਾ ਤਨ ਵੇਖ ਸਕਦਾ ਹੈ, ਬੰਦਾ ਦੂਸਰੇ ਦਾ ਮਨ ਨਹੀਂ ਵੇਖ ਸਕਦਾ। ਲੇਕਿਨ ਮਨ ਦੀ ਆਪਣੀ ਹੋਂਦ ਹੈ, ਔਰ ਕਿਸੇ ਹੱਦ ਤੱਕ ਦੇਖਿਆ ਜਾਏ ਤੇ ਤਨ ਦੀ ਬੁਨਿਆਦ ਹੈ। ਤੇ ਮਨੁੱਖ ਦਾ ਅਸਲੀ ਸਰੂਪ ਜੋ ਹੈ ਉਸ ਦੇ ਵਿਚਾਰ ਨੇ, ਉਸ ਦਾ ਮਨ ਹੈ, ਪਰ ਇਹ ਇਹਨਾਂ ਅੱਖਾਂ ਨਾਲ ਨਹੀਂ ਦਿਖਾਈ ਦਿੰਦਾ। ਤੇ ਹਰ ਵਕਤ